ਘੋੜਾ ਹੈ ਤੇ ਧਰਮ ਅਸਵਾਰ ਹੈ। ਜੇ ਰਾਜਨੀਤੀ ਦੇ ਘੋੜੇ ਨੂੰ ਸੱਚੇ ਗਿਆਨ ਦੀ ਲਗਾਮ ਪਾ ਕੇ ਰੱਖੀ ਜਾਵੇ ਤਾਂ ਸਿੱਧਾ ਵੀ ਤੁਰਿਆ ਜਾਂਦਾ ਹੈ। ਆਗੂ ਧਰਮੀ ਹੋਵੇ ਮਾੜਾ ਨਹੀਂ, ਜੇ ਸੱਚ ਪੱਲੇ ਨਾ ਹੋਵੇ ਤਾਂ ਫਿਰ ਕੌਡੀ ਦਾ ਵੀ ਨਹੀਂ, ਕੁਛ ਨਹੀਂ ਫਿਰ। ਸੋ ਏਦਾਂ ਜੇ ਸ਼ਬਦ ਘਰ ਵਿੱਚ ਸੁਰਤ ਹੋਵੇ ਫਿਰ ਵਾਹਵਾ, ਫਿਰ ਸਭ ਨੂੰ ਹੱਕ ਸੱਚ ਨਿਆਂ ਮਿਲਦਾ ਹੈ। ਕਿਤੇ ਵੀ ਕਿਸੇ ਨਾਲ ਵੀ ਜ਼ਬਰ ਜ਼ੁਲਮ ਧੱਕਾ ਬੇਇਨਸਾਫੀ ਨਹੀਂ ਹੁੰਦੀ। ਫਿਰ ਸਾਰੀ ਦੁਨੀਆ ਸੁਖੀ ਵਸਦੀ ਹੈ, ਸ਼ਾਂਤ ਵਸਦੀ ਹੈ, ਸਭ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਸਮਾਨ ਰੂਪ ਦੇ ਵਿੱਚ। ਜੇ ਸ਼ਬਦ ਘਰ ਵਿੱਚ ਸੁਰਤ ਹੋਵੇ ਤੇ ਜੇ ਸੁਰਤ ਕੁਰਸੀ ਘਰ ਵਿੱਚ ਹੋਵੇ ਫਿਰ ਕੁਰਸੀ ਧਰਮ ਤੋਂ ਵੱਧ ਪਿਆਰੀ ਹੋ ਜਾਂਦੀ ਹੈ। ਫਿਰ ਤਾਂ ਕਈ ਵਾਰ ਰਾਜਨੀਤਿਕ ਲੋਕ ਧਾਰਮਿਕ ਸੰਸਥਾਵਾਂ ਦੇ ਸਿਧਾਂਤਾਂ ਨੂੰ ਵੀ ਢਹਿ ਢੇਰੀ ਕਰ ਦਿੰਦੇ ਐ। ਬੋਲੋ ਸਤਨਾਮ। ਜਿਵੇਂ ਕੁਝ ਸਮਾਂ ਪਹਿਲਾਂ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਨੂੰ ਢਹਿ ਢੇਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਹ ਅਲੱਗ ਗੱਲ ਹੈ, ਸੰਗਤਾਂ ਨੇ ਆਵਾਜ਼ ਬੁਲੰਦ ਕੀਤੀ ਤੇ ਉਹ ਜਾਣੀ ਕਿ ਜਿਹੜੀ ਗਲਤੀ ਕੀਤੀ ਸੀ ਉਹਨੂੰ ਵਾਪਸ ਲੈਣੀ ਪਈ। ਸੋ ਏਦਾਂ ਜਦੋਂ ਕੁਰਸੀ ਧਰਮ ਨਾਲੋਂ ਪਿਆਰੀ ਹੋ ਜਾਂਦੀ ਹੈ ਫਿਰ ਧਾਰਮਿਕ ਸੰਸਥਾਵਾਂ ਦੀ ਪਰਵਾਹ ਨਹੀਂ ਕੀਤੀ ਜਾਂਦੀ। ਕਿਉਂ ਜਿਹੜੀ ਸੁਰਤ ਹੈ ਉਹ ਗੁਰੂ ਵਿੱਚ ਨਹੀਂ, ਸ਼ਬਦ ਵਿੱਚ ਨਹੀਂ। ਸੁਰਤ ਕਿੱਥੇ ਹੈ? ਸੁਰਤ ਕੁਰਸੀ ਦੇ ਵਿੱਚ ਹੈ। ਫਿਰ ਵੱਡੀ ਗੜਬੜ ਹੁੰਦੀ ਹੈ। ਦੂਸਰਾ ਲੈ ਲਓ, ਧਰਮ ਦੇ ਆਗੂ ਹੁੰਦੇ ਐ, ਜੇ ਇਹਨਾਂ ਦੀ ਸੁਰਤ ਸ਼ਬਦ ਵਿੱਚ ਹੋਵੇ ਤਾਂ ਸਤਿਕਾਰਯੋਗ ਹੈ। ਸੁਰਤ ਸ਼ਬਦ ਵਿੱਚ ਹੋਵੇ, ਜਿਵੇਂ ਸਾਡੀ ਸ਼੍ਰੋਮਣੀ ਕਮੇਟੀ ਹੈ, ਜਥੇਦਾਰ ਹੈ, ਜੇ ਸ਼ਬਦ ਵਿੱਚ ਸੁਰਤ ਰੱਖ ਕੇ ਚੱਲਣਾ ਤਾਂ ਸਤਿਕਾਰ ਹੈ। ਯਾਦ ਰੱਖਿਓ, ਜਦੋਂ ਸੁਰਤ ਸ਼ਬਦ ਵਿੱਚੋਂ ਨਿਕਲ ਕੇ ਆਪਣੇ ਯਾਨੀ ਕਿ ਹਾਕਮ ਦੇ ਘਰ ਵਿੱਚ ਟਿਕ ਜਾਂਦੀ ਹੈ, ਹਾਕਮ ਦੇ, ਫਿਰ ਇਹ ਲੋਕ ਵੀ ਧਰਮ ਨੂੰ ਢਾਹ ਲਾਉਣ ਦਾ ਕਾਰਨ ਬਣ ਜਾਂਦੇ ਹੈ। ਅੱਜ ਕਿਸੇ ਵਿਰਲੇ ਨੂੰ ਛੱਡ ਕੇ ਕਹਿ ਲੋ, ਕਿਤੇ ਵਿਰਲਾ ਕੋਈ ਹਰਾ ਬੂਟਾ ਹੋਊ, ਬਹੁਤੇ ਧਾਰਮਿਕ ਆਗੂਆਂ ਦੀ ਜਿਹੜੀ ਸੁਰਤ ਹੈ ਉਹ ਆਪਣੇ ਹਾਕਮਾਂ ਦੇ ਘਰ ਵਿੱਚ ਹੈ, ਗੁਰੂ ਦੇ ਵਿੱਚ ਨਹੀਂ। ਕਿਸੇ ਵਿਰਲੇ ਨੂੰ ਛੱਡ ਕੇ ਬ੍ਰੈਕਟ ਚ ਪਾ ਲਿਓ, ਕਿਉਂ ਕਿਤੇ ਵੀ ਕੋਈ ਹਰਾ ਬੂਟਾ ਹੁੰਦਾ ਹੈ ਤਾਂ ਤੇ ਏਦਾਂ ਇਹ ਗੜਬੜ ਹੁੰਦੀ ਹੈ। ਤੇ ਫਿਰ ਸੁਰਤ ਕਿੱਥੇ ਰਹਿੰਦੀ ਹੈ? ਸੁਰਤ ਸ਼ਬਦ ਚ ਨਹੀਂ ਰਹਿੰਦੀ। ਸੁਰਤ ਜਾਂ ਤਾਂ ਨਾਗਪੁਰ ਵਾਲੇ ਪਾਸੇ ਰਹਿੰਦੀ ਹੈ ਤੇ ਜਾਂ ਚੰਡੀਗੜ੍ਹ ਵਾਲੇ ਪਾਸੇ ਰਹਿੰਦੀ ਹੈ ਵੀ ਕੀ ਹੁਕਮ ਆਉਂਦਾ ਹੈ। ਗੁਰੂ ਦਾ ਹੁਕਮ ਨਹੀਂ ਲਾਗੂ ਕਰਨਾ, ਹੁਕਮ ਲਾਗੂ ਕਰਨਾ ਵੀ ਚੰਡੀਗੜ੍ਹ ਵਾਲੇ ਪਾਸੋਂ ਕਿਹੜਾ ਹੁਕਮ ਆਉਂਦਾ ਹੈ। ਬੋਲੋ ਸਤਨਾਮ। ਸੱਚੀ ਗੱਲ ਕਹੀ ਹੈ, ਸੱਚੋ ਸੱਚ ਬਿਆਨ ਕੀਤਾ ਹੈ। ਫਿਰ ਗੜਬੜ ਹੁੰਦੀ। ਗੱਲ ਚੱਲੀ ਹੈ ਜਦੋਂ ਘਰ ਵਿੱਚੋਂ ਨਿਕਲ ਜਾਵੇ ਸੁਰਤ, ਕਿਹੜੇ ਗੁਰੂ ਦੇ ਘਰ ਵਿੱਚੋਂ। ਗੁਰੂ ਦਾ ਘਰ ਕਿਹੜਾ? ਬਿਨ ਗੁਰ ਸ਼ਬਦ ਨਹੀਂ ਘਰ-ਬਾਰ। ਬਸ ਫਿਰ ਅਸੀਂ ਉੱਜੜ ਜਾਂਦੇ ਹਾਂ। ਅੱਜ ਸਾਡਾ ਉਜਾੜਾ ਕਿਉਂ ਹੋ ਰਿਹਾ ਹੈ? ਕਿਉਂਕਿ ਸ਼ਬਦ ਵਿੱਚੋਂ ਸੁਰਤ ਨਿਕਲ ਗਈ, ਉਜਾੜਾ ਹੋ ਰਿਹਾ ਹੈ। ਤੀਸਰਾ ਆ ਜੋ, ਦੋ ਗੱਲਾਂ ਆਪਾਂ ਸਮਝ ਲਈਆਂ। ਤੀਸਰਾ ਆ ਜੋ ਕਿ ਜੋ ਪ੍ਰਚਾਰਕ ਵਰਗ ਹੈ, ਜਿਹਦੇ ਵਿੱਚ ਅਸੀਂ ਆ ਗਏ ਸਾਰੇ, ਢਾਡੀ ਜਥੇ ਆ ਜਾਂਦੇ ਆ, ਕੀਰਤਨੀ ਸਿੰਘ ਆ, ਜੋ ਵੀ ਜਿਸ ਤਰ੍ਹਾਂ ਵੀ ਕੋਈ ਪ੍ਰਚਾਰ ਕਰਦਾ ਹੈ ਤਾਂ ਤੇ ਜੇ ਤਾਂ ਪ੍ਰਚਾਰਕ ਦੀ ਸੁਰਤ ਸ਼ਬਦ ਵਿੱਚ ਹੈ, ਸਤਿਕਾਰਯੋਗ ਹੈ, ਸ਼ਬਦ ਦੀ ਗੱਲ ਕਰਦਾ ਹੈ, ਬਾਣੀ ਦੀ, ਗੁਰ ਸਿਧਾਂਤਾਂ ਦੀ, ਕੋਈ ਵੀ ਪ੍ਰਚਾਰਕ ਹੈ। ਪਰ ਜੇ ਸੁਰਤ ਬਿਰਲਿਆਂ ਨੂੰ ਛੱਡ ਕੇ, ਦੇਖੋ ਹਰ ਥਾਂ ਤੇ ਬਿਰਲਿਆਂ ਨੂੰ ਛੱਡ ਕੇ, ਮੈਂ ਕਹਿ ਦਿੱਤਾ, ਬਿਰਲਿਆਂ ਨੂੰ ਛੱਡ ਕੇ ਬਹੁਤੇ ਪ੍ਰਚਾਰਕ ਵਰਗ ਦੀ ਸੁਰਤ ਜੇਬ ਘਰ ਵਿੱਚ ਹੈ, ਭਾਵ ਸਾਡੀ ਸੁਰਤ ਤੁਹਾਡੀਆਂ ਜੇਬਾਂ 'ਚ ਰਹਿੰਦੀ ਹੈ। ਬੋਲੋ ਸਤਨਾਮ। ਇਹ ਹਾਲਤ ਬਣ ਗਈ, ਇਹ ਹਾਲਤ ਬਣ ਗਈ। ਤੇ ਜਦੋਂ ਜੇਬਾਂ ਤੇ ਨਿਗਾਹ ਰੱਖ ਕੇ ਕਥਾ ਕਰਾਂਗੇ ਬਾਣੀ ਦੀ, ਫਿਰ ਕਿੱਥੇ ਸਹੀ ਗੱਲ ਤਾਂ ਫਿਰ ਹੁੰਦੀ ਨਹੀਂ। ਪ੍ਰਚਾਰਕ ਦੀ ਨਿਗਾਹ ਲੋਕਾਂ ਦੀਆਂ ਜੇਬਾਂ ਤੇ ਹੈ, ਲੀਡਰ ਦੀ ਸੁਰਤ ਕੁਰਸੀ ਵਿੱਚ ਹੈ, ਤੇ ਧਾਰਮਿਕ ਆਗੂਆਂ ਦੀ ਸੁਰਤ ਆਪਣੇ ਹਾਕਮਾਂ ਦੇ ਘਰ ਵਿੱਚ ਹੈ। ਫਿਰ ਅੱਗੇ ਗੁਰਦੁਆਰਾ ਸਾਹਿਬ ਆ ਜਾਓ। ਗੁਰਦੁਆਰਾ ਸਾਹਿਬ ਇੱਕ ਸੰਸਥਾ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਤਾਂ ਤੇ ਸੰਗਤ ਨੂੰ ਗਿਆਨ ਮਿਲੇ, ਚੰਗਾ ਗ੍ਰੰਥੀ ਸਿੰਘ ਜਾਣਕਾਰ ਹੋਵੇ, ਚੰਗੀ ਸਹੂਲਤ, ਚੰਗੀ ਤਨਖਾਹ ਮਿਲੇ, ਬਿਮਾਰ ਨੂੰ ਦਵਾਈ ਦਾ ਪ੍ਰਬੰਧ ਹੋਵੇ। ਕੋਈ ਬਿਮਾਰ ਆ ਜਾਏ ਨਾ ਗੁਰਦੁਆਰਾ ਸਾਹਿਬ, ਮੇਰੇ ਕੋਲ ਪੈਸੇ ਹੈ ਨਹੀਂ, ਬਿਮਾਰ ਹੈ, ਗੋਲਕ ਦੇ ਵਿੱਚੋਂ ਉਹਦੀ ਦਵਾਈ ਦਾ ਪ੍ਰਬੰਧ ਕੀਤਾ ਜਾਵੇ। ਭੁੱਖਾ ਆ ਜਾਵੇ ਗੁਰਦੁਆਰਾ ਸਾਹਿਬ, ਕੋਈ ਪ੍ਰਸ਼ਾਦਾ ਭੋਜਨ ਪਾਣੀ ਮਿਲੇ। ਕੋਈ ਰਾਹੀ ਪਾਂਧੀ ਆ ਜਾਵੇ ਵੀ ਆਖਰੀ ਬੱਸ ਲੰਘ ਗਈ ਤਾਂ ਫਿਰ ਬੱਸ ਸਟੈਂਡ ਤੇ ਖੜਾ ਕੀ ਵੇਖਦਾ ਹੈ? ਚਾਰ ਸਪੇਰੇ ਨਿਗਾਹ ਮਾਰ ਕੇ ਵੀ ਨਿਸ਼ਾਨ ਸਾਹਿਬ ਕਿਹੜੇ ਪਾਸੇ ਦਿਸਦਾ ਹੈ। ਇਹ ਗੁਰੂ ਦਰ ਦੀ ਮਹਿਮਾ ਹੈ। ਜਦੋਂ ਉਹਨੂੰ ਨਿਸ਼ਾਨ ਸਾਹਿਬ ਦਿਸਦਾ ਹੈ ਨਾ
ਕਿ ਮੰਨੋ ਫਰਲਾ ਪਤਾ ਕੀ ਕਹਿੰਦੇ ਨਿਸ਼ਾਨ ਸਾਹਿਬ ਤੇ ਫਰਲਾ ਕਾਹਤੇ ਲਾਉਣੇ ਉੱਪਰ? ਫਰਲਾ ਕਹਿੰਦੇ ਵੀ ਆ ਜਾ, ਘਬਰਾਇਆ ਕਾਹਤੇ ਖੜਾ ਬੱਸ ਸਟੈਂਡ ਤੇ, ਮੇਰਾ ਇੱਥੇ ਕੋਈ ਨਹੀਂ। ਉਹ ਭਲਿਆ ਆਏ ਨਾ ਕਹੇ ਮੇਰਾ ਇੱਥੇ ਕੋਈ ਨਹੀਂ। ਆ ਗੁਰੂ ਨਾਨਕ ਘਰ ਗੁਰਦੁਆਰਾ ਸਾਰਿਆਂ ਦੀ ਹੈ, ਆ ਜਾ ਨਾ, ਸੋਚੀ ਕੀ ਜਾਂਦਾ। ਬੋਲੋ ਸਤਨਾਮ। ਸੌਖੇ ਅਰਥ ਕਰਨੇ। ਫਰਲਾ ਆ ਜਾ ਨਾ, ਐਵੇਂ ਘਬਰਾਇਆ ਜਾ ਖੜਾ, ਨਿੰਮੋ ਝੋਨਾ ਜਾ ਹੋਇਆ ਬੱਸ ਸਟੈਂਡ ਤੇ, ਆ ਜਾ ਆ ਜਾ ਆ ਜਾ, ਗਿਆਨ ਵੀ ਮਿਲੂ ਇੱਥੇ, ਭੁੱਖਾ ਆ ਜਾ, ਪ੍ਰਸ਼ਾਦਾ ਮਿਲੂਗਾ, ਆ ਜਾ, ਮੰਜਾ ਬਿਸਤਰਾ ਵੀ ਮਿਲੂਗਾ, ਆ ਜਾ। ਤਾਂ ਫਰਲਾ ਵਾਜਾ ਮਾਰਦਾ ਹੈ, ਇਹ ਮਹਿਮਾ ਹੈ। ਤਾਂ ਤੇ ਏਦਾਂ ਇਹ ਹੈ, ਜਾਨੀ ਕਿ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਇਹ ਸਹੀ ਪ੍ਰਬੰਧ ਹੈ। ਏਦਾਂ ਪ੍ਰਬੰਧ ਚਲਾਉਣੇ ਹੋ ਵੀ ਸੰਗਤ ਨੂੰ ਗਿਆਨ ਮਿਲਦਾ ਹੈ, ਭੁੱਖੇ ਨੂੰ ਪ੍ਰਸ਼ਾਦਾ ਮਿਲਦਾ ਹੈ, ਬਿਮਾਰ ਨੂੰ ਦਵਾਈ ਮਿਲਦੀ ਹੈ, ਜਾਂ ਦਵਾਈ ਦਾ ਪ੍ਰਬੰਧ ਕੀਤਾ ਜਾਂਦਾ, ਚਲੋ ਕੋਈ ਗੱਲ ਹੈ, ਰਾਹੀ ਪਾਂਧੀ ਨੂੰ ਵਿਸ਼ਰਾਮ ਮਿਲਦਾ ਹੈ, ਬੱਚਿਆਂ ਦੀਆਂ ਕਲਾਸਾਂ ਲੱਗਦੀਆਂ। ਬਹੁਤ ਸਤਿਕਾਰਯੋਗ ਹੈ ਪ੍ਰਬੰਧਕ ਕਮੇਟੀ, ਜਿੱਥੇ ਏਦਾਂ ਪ੍ਰਬੰਧ ਚੱਲਦਾ, ਹਰ ਗੱਲ ਨੂੰ ਸਮਝੋ। ਪਰ ਬਹੁਤੇ ਥਾਵਾਂ ਤੇ, ਸਾਰਿਆਂ ਤੇ ਨਹੀਂ ਕਿਹਾ, ਪ੍ਰਬੰਧਕਾਂ ਦੀ ਜਿਹੜੀ ਸੁਰਤ ਹੈ ਉਹ ਏਦਾਂ ਸਿਧਾਂਤ ਵਿੱਚ ਨਹੀਂ ਵੀ ਗੁਰਬਾਣੀ 'ਚ ਸੁਰਤ ਹੋਵੇ ਤੇ ਪ੍ਰਬੰਧ 'ਚ ਸੁਰਤ, ਪਹਿਲਾਂ ਸਮਝ ਹੀ ਲਿਆ ਵੀ ਏਦਾਂ ਸੁਰਤ ਹੋਵੇ ਵੀ ਪ੍ਰਸ਼ਾਦਾ ਮਿਲਦਾ ਭਾਈ, ਕੋਈ ਲੋੜਵੰਦ ਆ ਜੇ ਭਾਈ ਮਦਦ ਹੁੰਦੀ ਹੈ, ਰਾਹੀ ਪਾਂਧੇ ਨੂੰ, ਫਿਰ ਤਾਂ ਧੰਨ ਹੈ। ਪਰ ਬਹੁਤੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੀ ਬਜਾਏ, ਪ੍ਰਬੰਧਕ ਕਿਤੇ ਕਿਤੇ ਹੈਗੇ ਸਤਿਕਾਰਯੋਗ ਹੈ, ਗੁਰਦੁਆਰਿਆਂ ਦੇ ਉੱਤੇ ਚੌਧਰੀ ਕਾਬਜ ਹੋ ਗਏ। ਚੌਧਰੀ ਦਾ ਅਰਥ ਸਮਝਦੇ ਹੋ ਵੀ ਜਿਹੜੇ ਮਹੀਨੇ ਮਗਰੋਂ ਗੋਲਕ ਦੀ ਚਾਬੀ ਲੈ ਕੇ ਆਉਂਦੇ ਐ। ਬੋਲੋ ਸਤਨਾਮ। ਮਹੀਨਾ ਕੋਈ ਸੰਬੰਧ ਨਹੀਂ ਗੁਰਦੁਆਰੇ ਨਾਲ, ਕਿ ਅੰਦਰ ਤਾਂ ਪਿਆਰ ਹੀ ਹੈ ਨਹੀਂ, ਸੁਰਤ ਦਾ ਸ਼ਬਦ ਵਿੱਚ ਹੈ ਨਹੀਂ, ਕੋਈ ਸੰਬੰਧ ਨਹੀਂ। ਇੱਕ ਮਹੀਨੇ ਤੋਂ ਫਿਰ ਗੋਲਕ ਦੀ ਚਾਬੀ ਲੈ ਕੇ ਤੇ ਦੇਖ ਲਓ, ਫਿਰ ਗੋਲਕ ਦੇ 4 ਛਪੇਰੇ ਚੌਧਰੀ ਇਕੱਠੇ ਹੋਏ ਬੈਠੇ ਐ, ਤਾਂ ਤੇ ਇਹਨਾਂ ਨੂੰ ਚੌਧਰੀ ਕਹਿੰਦੇ ਐ ਵੀ ਜਿਹੜੇ ਚੌਧਰਪਣੇ ਦੀ ਭੁੱਖ ਦੇ ਵਿੱਚ ਜਾਣੀ ਕਿ ਅਹੁਦੇਦਾਰ ਬਣੇ ਐ, ਪਰ ਇਹਨੂੰ ਪਿਆਰ ਕੋਈ ਨਹੀਂ। ਇੱਕ ਪ੍ਰਬੰਧਕ ਹੁੰਦੇ ਐ, ਸਤਿਕਾਰਯੋਗ, ਪਹਿਲਾਂ ਕਹਿ ਦਿੱਤਾ, ਮੁੱਖ ਸੇਵਾਦਾਰ ਭਾ ਮੂਹਰੇ ਹੋ ਕੇ ਸੇਵਾ ਕਰੇ। ਸੈਕਟਰੀ ਕੀ ਹੁੰਦਾ ਹੈ? ਗੁਰੂ ਘਰ ਦਾ ਮੁਨੀਮ ਹੁੰਦਾ ਹੈ, ਵੀ ਜੋ ਰਜਿਸਟਰ ਤੇ ਸਾਰੀ ਕਾਰਵਾਈ ਹਿਸਾਬ ਕਿਤਾਬ ਜੋ ਸਾਰਾ ਠੀਕ ਰੱਖੇ। ਖਜ਼ਾਨਚੀ ਗੁਰੂ ਘਰ ਦਾ ਡੱਬਾ ਹੁੰਦਾ ਪੈਸਿਆਂ ਵਾਲਾ, ਸੌਖੀ ਗੱਲ ਸਮਝ ਲੈਣਾ, ਉਹਦਾ ਨਾ ਸਮਝੇ ਉਹਨੂੰ ਸੇਵਾਦਾਰ ਐ ਵੀ ਰੁਪਈਆ ਵੀ ਇੱਧਰ ਉੱਧਰ ਨਾ ਹੋਵੇ। ਏਦਾਂ ਜਾਨੀ ਕਿ ਕਿਉਂਕਿ ਹੁਣ ਪੈਸਾ ਤਾਂ ਇੱਕ ਨਹੀਂ ਸਾਹਮਣਾ ਹੈ, ਹਿਸਾਬ ਕਿਤਾਬ ਇੱਕ ਨਹੀਂ ਰੱਖਣਾ ਹੈ, ਕਿਸੇ ਨੇ ਅਗਵਾਈ ਦੇਣੀ ਹੈ, ਅਗਵਾਈ ਦੀ ਲੋੜ ਹੈ। ਸੰਸਥਾਵਾਂ ਜ਼ਿੰਮੇਵਾਰੀ ਨਾਲ ਹੀ ਚੱਲਦੀਆਂ। ਗੁਰਦੁਆਰਾ ਸਾਹਿਬ ਇੱਕ ਸੰਸਥਾ ਹੈ ਨਾ, ਜ਼ਿੰਮੇਵਾਰੀ ਨਾਲ ਹੀ ਚੱਲਦੀ ਹੈ, ਕੋਈ ਸ਼ੱਕ ਨਹੀਂ। ਸਟੇਜ ਸੈਕਟਰੀ ਹੈ ਗੁਰਦੁਆਰਾ ਸਾਹਿਬ ਦਾ, ਕੀ ਖਿਆਲ ਰੱਖੇ ਵੀ ਸਟੇਜ ਤੇ ਬੈਠ ਕੇ ਉਹ ਗੱਲ ਕਰੇ ਜਿਹੜਾ ਗੁਰਬਾਣੀ ਦਾ ਜਾਣਕਾਰ ਹੈ। ਆਹ ਸਟੇਜ ਦਾ ਮਾਈਕ ਜਣੇ ਖਣੇ ਨੂੰ ਨਹੀਂ ਦਿੱਤਾ ਜਾ ਸਕਦਾ, ਇਹ ਗੁਰੂ ਸਾਹਿਬ ਦੀ ਬਰਸਾਈ ਸਟੇਜ। ਆਹ ਸਿੱਖ ਸਟੇਜ ਦਾ ਸਤਿਕਾਰ ਕੀ ਹੈ? ਜਾਣਕਾਰ ਗੁਰਸਿੱਖ ਬੋਲੇ। ਬੋਲੋ ਸਤਨਾਮ। ਨਿਜਮ ਨੇ ਇਹ ਨਹੀਂ ਵੀ ਜਣਾ ਖਣਾ ਚੱਕਿਆ ਮੈਂ ਕਿਤੇ ਲੱਗ ਜੇ ਬੋਲਣ, ਜੋ ਮਰਜੀ ਕਹਾਣੀਆਂ ਸੁਣਾਈ ਚੱਲੇ, ਜੋ ਮਰਜੀ ਗੱਪ ਮਾਰੀ ਚੱਲੇ, ਜੋ ਨਾ ਨਾ। ਇਹ ਸਤਿਕਾਰ ਕਿਹਨੇ ਕਾਇਮ ਰੱਖਣਾ ਸਿੱਖ ਸਟੇਜ ਦਾ? ਸਟੇਜ ਸੈਕਟਰੀ ਨੇ। ਜਾਣਕਾਰ ਹੋਵੇ ਉਹ, ਜਿਹੜਾ ਬਾਣੀ ਦਾ ਜਾਣਕਾਰ ਹੈ। ਏਦਾਂ ਕਹਿਣ ਦਾ ਭਾਵ ਗੁਰੂ ਘਰਾਂ 'ਚ ਹੋਏ, ਠੀਕ ਹੈ, ਇਹ ਗੱਲ ਸਮਝੋ, ਸੇਵਾ ਹੈ। ਤੇ ਨਹੀਂ ਬਹੁਤੇ ਥਾਵਾਂ ਤੇ ਕੀ ਹੈ, ਤੁਹਾਨੂੰ ਪਤਾ ਹੀ ਦੱਸ ਦਿੱਤਾ ਵੀ ਚੌਧਰੀ ਹੈ। ਚੌਧਰੀ ਨੇ ਜਿਹੜੇ ਜਾਨੀ ਕਿ ਏਦਾਂ ਦੇ ਚੌਧਰੀ ਵੀ ਹੈਗੇ ਕਈ ਥਾਵਾਂ ਤੇ, ਤਾਂ ਜਿਹੜੇ ਗੁਰਬਾਣੀ ਦੀ ਕਥਾ ਨੂੰ ਰੋਕਦੇ ਐ। ਕਹਿੰਦੇ ਜੇ ਬਾਣੀ ਦੀ ਸੱਚੀ ਕਥਾ ਰਹਿਣ ਦਿਓ, ਕਿਤੇ ਨੋਟ ਨਾ ਘਟ ਜਾਣ, ਗੋਲਕ ਨਾ ਘਟ ਜੇ, ਕਿਤੇ ਲੋਕ ਨਾ ਗੁੱਸੇ ਹੋ ਜਾਣ, ਜਾਂ ਕਈ ਕਹਿਣਗੇ ਜੀ ਕਿਤੇ ਵੋਟਾਂ ਨਾ ਘਟ ਜਾਣ। ਨੋਟ ਵੋਟ ਦੇ ਚੱਕਰ ਵਿੱਚ ਗੁਰੂ ਦੇ ਗਿਆਨ ਨੂੰ ਲੁਕੋਇਆ, ਭਾਵ ਕਿ ਕਈ ਥਾਵਾਂ ਤੇ ਐਸੇ ਚੌਧਰੀ ਕਾਬਜ ਹੋ ਗਏ ਗੁਰਦੁਆਰਿਆਂ ਤੇ, ਜਿਨ੍ਹਾਂ ਦੀ ਸੁਰਤ ਨੋਟ ਵੋਟ ਵਿੱਚ ਰਹਿੰਦੀ ਹੈ, ਜਿਨ੍ਹਾਂ ਦੀ ਸੁਰਤ ਸ਼ਬਦ ਘਰ ਵਿੱਚ ਨਹੀਂ, ਜਾਂ ਕਹਿ ਲਓ ਗੋਲਕ ਦੇ ਵਿੱਚ ਰਹਿੰਦੀ ਹੈ। ਏਦਾਂ ਸਾਡੀ ਸੁਰਤ ਹੈ ਜਿਹੜੀ ਸ਼ਬਦ ਤੋਂ ਉਖੜ ਗਈ, ਸ਼ਬਦ ਤੋਂ ਉਖੜ ਗਈ। ਇੱਕ ਦੀ ਗੱਲ ਨਹੀਂ, ਸਾਰੇ ਸਿਸਟਮ ਦੀ ਗੱਲ ਕਰ ਦਿੱਤੀ। ਬਹੁਤੇ ਗੁਰਦੁਆਰਿਆਂ ਦੇ ਯਾਨੀ ਕਿ ਏਦਾਂ ਦੇ ਲੋਕ ਨੇ ਜਿਨ੍ਹਾਂ ਦੀ ਸੁਰਤ ਸ਼ਬਦ ਵਿੱਚ ਨਹੀਂ, ਜਿਨ੍ਹਾਂ ਦੀ ਸੁਰਤ ਗੋਲਕ ਦੇ ਵਿੱਚ ਹੈ ਜਾਂ ਵੋਟ ਦੇ ਵਿੱਚ ਹੈ। ਨੋਟ ਵੋਟ ਦੇ ਚੱਕਰ ਵਿੱਚ ਗੁਰਬਾਣੀ ਦੇ ਗਿਆਨ ਨੂੰ ਲੁਕੋਇਆ ਜਾ ਰਿਹਾ ਹੈ। ਤੇ ਜਿਹੜਾ ਨੋਟ ਵੋਟ ਦੇ ਚੱਕਰ 'ਚ ਬਾਣੀ ਦੇ ਗਿਆਨ ਨੂੰ ਲੁਕਾਉਂਦਾ, ਬਾਣੀ ਵਿੱਚ ਦਰਜ ਹੈ, ਉਹ ਬੰਦੇ ਬਹੁਤ ਮਾੜੇ ਹੁੰਦੇ ਹੈ। ਲਿਖਿਆ ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ। ਉਹ ਭਾਈ ਮਾੜੇ ਬੰਦੇ ਹੁੰਦੇ ਐ ਜਿਹੜੇ ਆਪਣੇ ਗੁਰੂ ਨੂੰ ਲੁਕੋ ਲੈਂਦੇ ਐ। ਗੁਰੂ ਨੂੰ ਗੋਪਣਾ ਕੀ ਹੁੰਦਾ? ਗੁਰੂ ਦੇ ਗਿਆਨ ਨੂੰ ਲੁਕਾਉਣਾ। ਵੀ ਜੀ ਆਹ ਗੱਲ ਕਹੀ ਤਾਂ ਫਲਾਣਿਆਂ ਦੀਆਂ ਵੋਟਾਂ ਟੁੱਟ ਜਾਣ, ਜੇ ਬਾਣੀ ਦੀ ਆਹ ਗੱਲ ਕਹੀ ਤਾਂ ਢਿਮਕਿਆਂ ਦੀਆਂ ਵੋਟਾਂ ਨਾ ਟੁੱਟ ਜਾਣ। ਜਿਨ੍ਹਾਂ ਦੀ ਸੁਰਤ ਵੋਟਾਂ ਵਿੱਚ ਹੈ, ਫਿਰ ਉਹ ਗੱਲ ਨੂੰ ਲੁਕਾਉਂਦੇ, ਕਹਿੰਦੇ ਆਹ ਗੱਲ ਨਾ ਕਹੋ, ਜਾਂ ਰਹਿਣ ਦਿਓ, ਆਹ ਸ਼ਬਦ ਤਾਂ ਰਹਿਣ ਦਿਓ, ਆਹ ਤਾਂ ਪੜ੍ਹ ਹੀ ਨਾ ਕਰੋ। ਕਹਿੰਦੇ ਬਾਣੀ 'ਚ ਲਿਖਿਆ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ।
ਕਹਿੰਦੇ ਨਾ ਜੀ ਇਹੋ ਜਿਹੀਆਂ ਪੰਕਤੀਆਂ ਨਾ ਪੜੋ, ਬੋਲੋ ਸਤਿਨਾਮ, ਇਹ ਨਾ ਪੜੋ। ਕਹਿੰਦੇ ਰਹਿਣ ਦਿਓ ਯਾਰ, ਵੋਟਾਂ ਨਾ ਘਟਾ ਦਿਓ ਕਿਤੇ, ਸੱਚ ਜਾਣ ਜੇ ਗਲਤ ਕਿਹਾ ਦੱਸ ਦਿਓ। ਕਹਿੰਦੇ ਰਹਿਣ ਦਿਓ ਏਦਾਂ ਦੇ ਸ਼ਬਦ ਨਾ ਪੜਿਆ ਕਰੋ, ਹੋਰ ਸ਼ਬਦ ਪੜ੍ਹ ਲਿਆ ਕਰੋ, ਹੋਰ ਪੜ੍ਹ ਲਿਆ ਕਰੋ। ਚਲੋ ਤਾਂ ਤੇ ਏਦਾਂ ਇਹਨਾਂ ਗੱਲਾਂ ਨੂੰ ਅਸੀਂ ਸਮਝਣਾ ਹੈ। ਸੋ ਗੱਲ ਚੱਲੀ ਸੀ ਘਰ ਦੇ ਉੱਤੇ ਸਾਡੀ ਵਿਚਾਰ ਚੱਲੀ ਹੈ ਵੀ ਘਰ ਵਿੱਚ ਟਿਕ ਜਾਓ ਭਾਈ, ਸੁਰਤ ਨੂੰ ਸ਼ਬਦ ਘਰ ਵਿੱਚ ਟਿਕਾ ਲਓ, ਬਾਣੀ ਦੇ ਗਿਆਨ ਵਿੱਚ ਟਿਕਾ ਲਓ। ਸੁਰਤ ਨੂੰ ਕਿਉਂ ਅਸੀਂ ਇੱਧਰ ਉੱਧਰ ਲਈ ਫਿਰਦੇ ਹਾਂ। ਸੋ ਇਹ ਸਾਰਿਆਂ ਨੂੰ, ਆਪਾਂ ਸਾਰਿਆਂ ਦੀ ਗੱਲ ਕੀਤੀ ਹੈ, ਇਹ ਨਹੀਂ ਵੀ ਇੱਕ ਦੀ ਗੱਲ ਕਰ ਦਈਏ, ਨਾ ਨਾ, ਇਹ ਨਹੀਂ ਇੱਕ ਦੀ ਨਾ, ਸਾਰੇ ਹੁਣ ਲੜੀ ਜੋੜ ਵਿੱਚ ਕਹਿ ਦੇਵਾਂ ਗੱਲ ਵੀ ਲੀਡਰਾਂ ਦੀ ਸੁਰਤ ਕੁਰਸੀ 'ਚ ਰਹਿੰਦੀ ਹੈ, ਸ਼ਬਦ ਵਿੱਚ ਆਉਂਦੀ ਹੋਈ ਨਹੀਂ। ਧਾਰਮਿਕ ਆਗੂਆਂ ਦੀ ਵਿਰਲਿਆਂ ਨੂੰ ਛੱਡ ਕੇ ਕਹਿ ਦਿੱਤਾ ਸੁਰਤ ਸ਼ਬਦ 'ਚ ਨਹੀਂ, ਉਹਨਾਂ ਦੀ ਸੁਰਤ ਆਪਣੇ ਲੀਡਰਾਂ 'ਚ ਰਹਿੰਦੀ ਹੈ, ਹਾਕਮਾਂ 'ਚ ਰਹਿੰਦੀ ਹੈ। ਪ੍ਰਚਾਰਕਾਂ ਦੀ ਸੁਰਤ ਲੋਕਾਂ ਦੀਆਂ ਜੇਬਾਂ 'ਚ ਰਹਿੰਦੀ ਹੈ। ਤੇ ਗੁਰੂ ਘਰ ਦੇ ਜਾਨੀ ਕਿ ਜਿਹੜੇ ਹੈ ਨੇ ਬਹੁਤੇ ਗੁਰਦੁਆਰਿਆਂ ਦੇ ਵਿੱਚ ਜਿਹੜੇ ਐਸੇ ਜਾਨੀ ਕਿ ਬੰਦੇ ਨੇ ਬਣੇ ਹੋਏ ਕਮੇਟੀਆਂ 'ਚ, ਜਿਨ੍ਹਾਂ ਦੀ ਸੁਰਤ ਜਾਂ ਤਾਂ ਗੋਲਕ 'ਚ ਰਹਿੰਦੀ ਹੈ ਤੇ ਜਾਂ ਜਾਨੀ ਕਿ ਵੋਟਾਂ 'ਚ ਰਹਿੰਦੀ ਹੈ। ਇਸ ਕਰਕੇ ਅਸੀਂ ਉਖੜ ਗਏ, ਚਾਰ ਧਰਮ ਦੇ ਪੈਰ ਮੰਨੇ ਹੋਏ ਐ, ਤਾਂ ਤੇ ਆਪਣਾ ਲੀਡਰ, ਤੇ ਦੂਸਰਾ ਧਾਰਮਿਕ ਆਗੂ, ਤੀਸਰਾ ਧਰਮ ਦੇ ਪ੍ਰਚਾਰਕ, ਤੇ ਚੌਥਾ ਧਾਰਮਿਕ ਜਾਨੀ ਕਿ ਸੰਸਥਾ ਕਹਿ ਲਓ, ਗੁਰਦੁਆਰਾ ਸਾਹਿਬ ਜਿਵੇਂ ਸਾਡਾ। ਇਹ ਚਾਰ ਪੈਰ ਮੰਨੇ ਹੋਏ ਆ ਧਰਮ ਦੇ, ਤੇ ਚਾਰ ਹੀ ਲੜਖੜਾ ਰਹੇ।